मिले। सो एज पर योर क्वेश्चन डिपेंड करता है, रिश्ते जरूर निभाने चाहिए, रिश्ते बहुत इंपॉर्टेंट है। आजकल है ये जो डिप्रेशन है, जो स्ट्रेस चल रहा है, वो इसलिए चल रहा है क्योंकि इंसान सिर्फ सेल्फ ओरिएंटेड हो चुका है, अपने बारे सोचता सिर्फ। ਰਿਸ਼ਤਿਆਂ ਨੂੰ ਇਗਨੋਰ, ਹਰ ਬੰਦਾ ਕੀ ਕਹਿੰਦਾ, ਅੱਜ ਮੈਂ ਕਿਤੇ ਵੀ ਪੜ੍ਹ ਰਹੀ ਸੀ ਕਿ ਕੋਈ ਤੁਹਾਨੂੰ ਇੰਪੋਰਟੈਂਸ ਨਹੀਂ ਦੇ ਰਿਹਾ, ਜਸਟ ਇਗਨੋਰ, ਓਮ ਇਗਨੋਰ ਆਏ ਨਵਾਂ ਫੰਡਾ ਅਪਣਾ ਲਓ ਤੁਸੀਂ। ਲਾਈਕ ਆਈ ਡੋਂਟ ਅੰਡਰਸਟੈਂਡ ਰੀਜ਼ਨ। ਤਾਂ ਦੇਖੋ ਕਿ ਇਗਨੋਰ ਕੀ ਹੋ ਰਿਹਾ ਹੈ, ਕਈ ਵਾਰ ਕੋਸ਼ਿਸ਼ ਤਾਂ ਕਰੋ, ਬੈਠਣ ਦੀ ਕੋਸ਼ਿਸ਼, ਗੱਲ ਕਰਨ ਨਾਲ ਕਹਿੰਦੇ ਗੱਲ ਹੁੰਦੀ ਹੈ। ਜੇ ਕੋਈ ਰਿਸ਼ਤਾ ਖਾਸ ਹੈ, ਇੱਕ ਵਾਰ ਬੈਠੋ, ਇੱਕ ਵਾਰ ਦੇਖੋ ਕਿ ਵਟ ਇਜ਼ ਦ ਰੀਜ਼ਨ ਕਿ ਉਹ ਰਿਸ਼ਤਾ ਕਿਉਂ ਏਦਾਂ ਹੁੰਦਾ ਜਾ ਰਿਹਾ ਹੈ। ਬਾਕੀ ਜੇ ਕੋਈ ਬਹੁਤ ਜ਼ਿਆਦਾ ਤੁਹਾਨੂੰ ਕਨਿੰਗ ਲੱਗ ਰਿਹਾ, ਤੁਹਾਨੂੰ ਸਾਫ਼ ਹੀ ਪਤਾ ਚੱਲੇ, ਦੈਨ ਇਗਨੋਰ। बट पहली कोशिश यही करनी चाहिए कोई भी रिश्ता होए, क्योंकि रिश्ते एक तो कर्मा नाल बनते हैं, दूजा कई बार दोस्ती जिंदगी विच इन्नी अच्छी फ्रेंडशिप बन जाता, बट एक स्टेज ते आके कई बार दोस्ती भी टुटनी शुरू हो जाती है। पर मैं यही फील करती हाँ कि नेवर एवर ट्राई डू कि वो रिलेशनशिप बहुत जल्दी खराब हो जाए। बैठो, सॉर्ट आउट करो, जब तक अनलेस एंड अनटिल दूसरे बंदे दे परस्पेक्टिव बहुत ही गलत है, वो तुहानू अंडरस्टैंड ही नहीं कर रहा, दैन इट्स अ डिफरेंट पॉइंट। ईवन दैन डोंट से बैड एनीथिंग, मे बी कर्म है। वो कहते ना कई बार इंसान बुरे नहीं होंगे, सिर्फ वक्त ही बुरा होंगे। कई बार टाइमिंग ही इन्नी बुरी होंगी है जिहड़ी साडे लिए अच्छी नहीं होंगी है। तो जस्ट फोकस ऑन दैट थिंग कि ओके लेट इट बी, मे बी इत्थे तक ही लिखिया सीगा। सो बट यू लाइक ट्राई योर लेवल बेस्ट उस रिश्ते नूं बचा के रखने लई। Yeah, and then so you know, you touched ke depression ho janda, like mental health wise. Obviously now social media everything ਉਹਦੇ ਕਰਕੇ ਵੀ ਆਪਾਂ ਜ਼ਿਆਦਾ ਇਹਦੀ ਬਾਰੇ ਅਵੇਅਰਨੈਸ ਕ੍ਰੀਏਟ ਕਰਦੇ ਹਾਂ। ਕੀ ਲੱਗਦਾ ਤੁਹਾਨੂੰ ਪਹਿਲਾਂ ਡਿਪਰੈਸ਼ਨ ਜਿਹੀਆਂ ਚੀਜ਼ਾਂ ਨਹੀਂ ਸੀਗੀਆਂ ਜਾਂ ਇੰਡੀਆ 'ਚ ਨਹੀਂ ਸੀ, ਜਾਂ ਇਹ ਸੋਸ਼ਲ ਮੀਡੀਆ ਕਰਕੇ ਇਟਸ ਕਮਿੰਗ ਟੂ ਦ ਫਰੰਟ ਐਂਡ ਵੀ ਹੀਅਰਿੰਗ ਮੋਰ ਅਬਾਊਟ ਇਟ, ਬਿਕਾਜ਼ ਅੱਗੇ ਆਬਵੀਅਸਲੀ ਇਹ ਚੀਜ਼ਾਂ ਨਹੀਂ ਸੀ, ਆਪਾਂ ਨੂੰ ਨਹੀਂ ਪਤਾ ਲੱਗਦੀਆਂ। ਨਹੀਂ ਬਿਲਕੁਲ, ਤੁਸੀਂ ਜਦੋਂ ਆਪਾਂ ਜੇ ਪਾਸਟ ਜਾਈਏ, ਜਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ ਉਦੋਂ ਨਹੀਂ ਸੀਗੀਆਂ, ਮਤਲਬ ਹੋਣਗੀਆਂ ਬਟ ਇਸ ਲੈਵਲ ਤੱਕ ਨਹੀਂ ਸੀ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਪ੍ਰੋਪਰ ਕਾਉਂਸਲਿੰਗ ਸੈਸ਼ਨਸ ਹੈ, ਡਿਪਰੈਸ਼ਨ ਦੀਆਂ ਪਿਲਸ ਖਾਦੀਆਂ ਜਾ ਰਹੀਆਂ, ਇੰਜੈਕਸ਼ਨਸ ਤੱਕ ਹੈ। ਯੰਗ ਯੂਥ ਜਿਹੜਾ ਹੈ ਉਹ ਇੰਨੀ ਜ਼ਿਆਦਾ ਨਸ਼ਿਆਂ 'ਚ ਜਾਂਦਾ ਜਾ ਰਿਹਾ ਬਿਕੋਜ਼ ਆਫ ਦਿਸ ਓਵਰਆਲ ਡਿਪਰੈਸ਼ਨ, ਬਿਕੋਜ਼ ਆਫ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਤੁਸੀਂ ਸੋਚਦੇ ਹੋ ਹਾਈ ਸੋਸਾਇਟੀ, ਮੈਂ ਆਪਣੇ ਆਪ ਨੂੰ ਮੈਂ ਪ੍ਰੂਵ ਕਰਨਾ ਕਿ ਮੇਰਾ ਸਟੇਟਸ ਬਹੁਤ ਹਾਈ ਹੈ। ਜਦੋਂ ਤੁਸੀਂ ਕੰਪੀਟ ਨਹੀਂ ਕਰ ਪਾਉਂਦੇ, ਮੇਰੇ ਫਰੈਂਡ ਨੇ ਉਹ ਵਾਲਾ ਬਾਈਕ ਲਿਆ, ਮੇਰੇ ਕੋਲ ਨਹੀਂ ਹੈ, ਮੇਰੀ ਫਰੈਂਡ ਨੇ ਉਹ ਵਾਲੀ ਕਾਰ ਲਈ, ਲਾਈਕ ਸਿੰਬਲ ਆਫ ਸਟੇਟਸ। ਦੈਨ ਜੇ ਤੁਹਾਡੀ ਕੋਈ ਪਰਸਨਲ ਪ੍ਰੋਬਲਮ ਹੈ, ਤੁਸੀਂ ਸ਼ੇਅਰ ਨਹੀਂ ਕਰਦੇ, ਤੁਸੀਂ ਕਿਤੇ ਨਾ ਕਿਤੇ ਜਿੱਦਾਂ ਆਪਣੇ ਆਪ ਨੂੰ ਛੁਪਾਉਂਦੇ ਜਾ ਰਹੇ ਹੋ। ਔਰ ਅਨਲੈਸ ਐਂਡ ਅਨਟਿਲ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰੋਗੇ, ਚਾਹੇ ਪੇਰੈਂਟਸ ਹੈ ਚਾਹੇ ਫਰੈਂਡਸ ਹੈ, ਤਦ ਤੱਕ ਤਾਂ ਇਹ ਡਿਪਰੈਸ਼ਨ ਵੱਧਦਾ ਹੀ ਜਾਏਗਾ। ਔਰ ਇਟਸ ਅ ਸੀਰੀਅਸ ਡਿਜ਼ੀਜ਼, ਬਿਕੋਜ਼ ਜਦ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ ਹੋ, ਇੱਕ ਚੀਜ਼ ਆਪਣੇ ਅੰਦਰ ਹੀ ਲੈਂਦੇ ਜਾ ਰਹੇ ਹੋ, ਫਿਰ ਉਹ ਜਿਹੜਾ ਡਿਜ਼ਾਸਟਰ ਹੋ ਸਕਦਾ ਹੈ। ਸੋ ਵਾਟ ਆਈ ਫੀਲ ਕਿ ਇਸੇ ਲਈ ਆਪਾਂ ਹੁਣੇ ਗੱਲ ਕੀਤੀ ਕਿ ਰਿਲੇਸ਼ਨਸ ਬਹੁਤ ਇੰਪੋਰਟੈਂਟ ਹੈ। ਜੇ ਸਾਡੇ ਕੋਲ ਇੱਕ ਦੋ ਅੱਛੇ ਰਿਲੇਸ਼ਨਸ ਹੋਣਗੇ, ਮੈਂ ਜ਼ਿਆਦਾ ਨਹੀਂ ਕਹਿੰਦੀ, ਫਿਰ ਤੁਸੀਂ ਉਹਨਾਂ ਨਾਲ ਆਪਣੀ ਗੱਲ ਤਾਂ ਕਰ ਲੋਗੇ, ਚਾਹੇ ਸਿਬਲਿੰਗਸ ਹੀ ਹੋਣ ਚਾਹੇ ਫਰੈਂਡਸ ਹੀ ਹੋਣ। ਅੱਗੇ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਕੋਈ ਨਾ ਕੋਈ ਜਿੱਦਾਂ ਚਾਚੇ ਤਾਏ ਮਾਮੇ ਸਾਰਾ ਪਰਿਵਾਰ ਇਕੱਠਾ ਹੁੰਦਾ ਸੀਗਾ, ਬੱਚੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਸੀ, ਦੁੱਖ ਸਾਂਝੇ ਹੁੰਦੇ ਸੀਗੇ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਸਭ ਫਾਰਮੈਲਿਟੀਜ਼ ਰਹਿ ਗਈਆਂ, ਇੱਕ ਫਾਰਮੈਲਿਟੀਜ਼ ਔਰ ਦੂਸਰਾ ਸ਼ੋ ਆਫ। ਜੋ ਆਪਾਂ ਸ਼ਾਪਿੰਗ ਵੀ ਕਰੀਏ, ਆਪਾਂ ਚੀਜ਼ਾਂ ਵੀ ਆਪਾਂ ਸਭ ਤੋਂ ਪਹਿਲੇ ਕਰਕੇ ਕਿਤੇ ਘੁੰਮਣ ਵੀ ਗਏ, ਵੀ ਹੈਵ ਟੂ ਅਪਲੋਡ ਔਨ ਫੇਸਬੁੱਕ, ਵੀ ਹੈਵ ਟੂ ਸ਼ੋ ਔਨ ਫੇਸਬੁੱਕ। ਇਟਸ ਨਾਟ ਲਾਈਕ ਮੈਂ ਆਪ ਵੀ, ਮੈਂ ਇਹ ਨਹੀਂ ਮੈਂ ਕਹਿ ਰਹੀ ਕਿ ਮੈਂ ਕਿਸੇ ਤੇ ਬਲੇਮ ਕਰ ਰਹੀ ਹਾਂ, ਆਈ ਐਮ ਆਲਸੋ ਪਾਰਟ ਆਫ ਦਿਸ ਕਿ ਆਪਾਂ ਅੱਗੇ ਵੀ ਲੋਕ ਖੁਸ਼ੀਆਂ ਮਨਾਉਂਦੇ ਸੀ ਪਰ ਆਪਣੇ ਤੱਕ ਹੀ ਸੀਮਿਤ ਰਹਿੰਦੀਆਂ ਸੀ। ਦੂਜੇ ਕੈਮਰੇ ਨਾਲ ਖਿੱਚ ਕੇ ਕਿੰਨਾ ਅੱਛਾ ਲੱਗਦਾ ਸੀਗਾ ਕਿ ਵੀ ਕੁਝ ਸਾਲਾਂ ਬਾਅਦ ਉਹ ਪਿਕਚਰਸ ਦੇਖੀ ਦੀਆਂ ਸੀ। ਅੱਜ ਕੱਲ ਤਾਂ ਤੁਸੀਂ ਪਿਛਲੇ ਸਾਲ ਦੀਆਂ ਆਪਣੇ ਫੇਸਬੁੱਕ ਬੈਕ ਜਾਓ, ਜੋ ਮਰਜ਼ੀ ਕੱਢ ਲਓ। ਐਂਡ ਆਈ ਆਲਸੋ ਡੂ, ਲਾਈਕ ਮੈਨੂੰ ਨਹੀਂ ਪਤਾ ਲੱਗਦਾ ਕਿ ਫਿਰ ਆਪਾਂ ਇੱਕ ਦੂਜੇ ਨੂੰ ਫੋਲੋ ਕਰਦੇ ਹਾਂ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਭੇਡ ਚਾਲ, ਉਹ ਬਹੁਤ ਜ਼ਿਆਦਾ ਹੈ ਕਿ ਉਹ ਉੱਥੇ ਉਸ ਜਗ੍ਹਾ ਤੇ ਘੁੰਮਣ ਗਿਆ, ਅਸੀਂ ਨਹੀਂ ਗਏ। ਸੋ ਉਹ ਤੁਸੀਂ ਮਾਈਂਡ ਸੈਟਅਪ ਉੱਦਾਂ ਦਾ ਕਰ ਲੈਂਦੇ ਹੋ। ਸੋ ਮੈਨੂੰ ਲੱਗਦਾ ਹੈ ਜਿਹੜਾ ਸੋਸ਼ਲ ਮੀਡੀਆ, ਆਫ ਕੋਰਸ ਇੱਦਾਂ ਦੀਆਂ ਚੀਜ਼ਾਂ, ਬਹੁਤ ਸਾਰੇ ਅੱਛੇ ਕੰਟੈਂਟ ਵੀ ਹੈ ਇਹਨਾਂ ਚੀਜ਼ਾਂ ਦੇ, ਲਾਈਕ ਫੇਸਬੁੱਕ ਵਗੈਰਾ ਤੇ ਅੱਛੀਆਂ ਚੀਜ਼ਾਂ ਵੀ ਹੈ, ਬਟ ਬੇਸਿਕਲੀ ਜਿਹੜਾ ਹੈ ਸ਼ੋ ਆਫ ਦਾ ਜਿਹੜਾ ਇੱਕ ਦੁਨੀਆ ਹੈ ਨਾ, ਜਿਹੜਾ ਤੁਸੀਂ ਆਪਾਂ ਆਪਣੀ ਹਰ ਮੂਵਮੈਂਟ ਲੋਕਾਂ ਨਾਲ ਸ਼ੇਅਰ ਕਰਦੇ ਹਾਂ, ਜਿਹਦੇ ਵਿੱਚ ਕਈ ਸਾਡੇ ਜਿੱਥੇ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਨਾਰਾਜ਼ ਬੈਠੇ ਹੋਏ ਹਾਂ, ਲੇਕਿਨ ਟੂ ਫਰੈਂਡਸ ਵੀ ਆਰ ਸ਼ੋਇੰਗ what we are doing. So this is not good somehow, and that's why, because we don't have good quality friends, we don't have good relatives anymore with us, ਇਸੇ ਲਈ ਡਿਪਰੈਸ਼ਨ or stress
ਪਹਿਲੇ ਦੇ ਟਾਈਮ ਨਾਲੋਂ ਹੁਣ ਵੱਧਦਾ ਜਾ ਰਿਹਾ ਔਰ ਜੇ ਹੁਣ ਵੀ ਕੋਈ ਸੀਰੀਅਸ ਐਕਸ਼ਨ ਨਾ ਲਿਆ ਗਿਆ ਇੰਡੀਵਿਜੂਅਲੀ ਹਰ ਇੱਕ ਦਾ ਆਪਣੇ ਲੈਵਲ ਤੇ ਇਟ ਕੈਨ ਬੀ ਸਮ ਵੈਰੀ ਸੀਰੀਅਸ ਔਰ ਬਰਨਿੰਗ ਇਸ਼ੂ ਇਨ ਕਮਿੰਗ ਡੇਜ਼ ਐਂਡ ਆਈ ਥਿੰਕ ਜਿਹੜੀ ਤੁਸੀਂ ਗੱਲ ਕੀਤੀ ਅੱਜ ਕੱਲ ਸੋਸ਼ਲ ਮੀਡੀਆ ਸਾਰੇ ਪਾਸੇ ਆ ਐਂਡ ਆਪਾਂ ਇੰਨੇ ਕਸਟਮ ਹੋ ਗਏ ਆ ਐਂਡ ਦੂਜੇ ਦੀ ਈਵਨ ਜਸਟ ਲਾਈਕ ਡੇਲੀ ਰੂਟੀਨ ਹੋ ਗਈ ਕਈ ਵਾਰੀ ਚੈੱਕ ਕਰਨੇ ਆਪਣੇ ਸੋਸ਼ਲ ਮੀਡੀਆਜ਼ this person's doing this person's doing that and I think I don't know human nature ja ki vich hegi especially you know within communities ke duje wal dekh ke lagda ki nahi you know मैं उत्थे नहीं पहुंची I should be there or I should be doing better so kite na kite it's making you upset so I think ਜਿਹੜੀ ਇੱਕ ਹੁੰਦੀ I guess back to ਆਪਣੀ ਜਿਹੜੀ positive thinking ਹੈ contentment ਹੁੰਦੀ ਹੈ ਕਿ ਜੋ ਵੀ ਤੁਸੀਂ ਕਰ ਰਹੇ ਆ and ਉਹਦੇ ਤੁਸੀਂ content ਹੈ ਜੋ ਤੁਸੀਂ accomplish ਕੀਤਾ so I guess looking at the positive like ਜਿਹੜਾ ਆਪਾਂ glass ਕਹਿ ਦਿੰਦੇ half full ਕਿ instead of ਦੇਖਣਾ ਕਿ ਉਹ half empty ਉਹਦਾ half full ਦੇਖਣਾ ਤੇ ਜਿਹੜੀ ਇੱਕ motivation ਹੁੰਦੀ ਹੈ so ਆਪਣੇ ਆਪ ਨੂੰ motivated ਕਿੱਦਾਂ ਰੱਖੀਦਾ ਐਗਜ਼ੈਕਟਲੀ ਬਹੁਤ ਹੀ ਤੁਸੀਂ ਅੱਛਾ ਇੱਥੇ ਕੁਐਸਚਨ ਪੁੱਛਿਆ ਕਿ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਮੈਂ ਉਸ ਲੈਵਲ ਤੱਕ ਕਿਉਂ ਨਹੀਂ ਦੂਸਰੇ ਦੀਆਂ ਚੀਜ਼ਾਂ ਦੇਖ ਕੇ ਸੋ ਫਰਸਟ ਇੰਪੋਰਟੈਂਟ ਥਿੰਗ ਤੁਸੀਂ ਆਪ ਹੀ ਮੈਂਸ਼ਨ ਕੀਤੀ ਲੈਵਲ ਆਫ ਕੰਟੈਂਟਮੈਂਟ ਕਿਉਂਕਿ ਅਲਟੀਮੇਟਲੀ ਜਿੰਨਾ ਹਾਰਡ ਵਰਕ ਤੁਸੀਂ ਕਰ ਰਹੇ ਹੋ ਜਾਂ ਜਿੰਨੀ ਤੁਹਾਡੀ ਡੈਸਟਨੀ 'ਚ ਲਿਖਿਆ ਹੈ ਮਿਲਣਾ ਤੁਹਾਨੂੰ ਉਹੀ ਹੈ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਜੋ ਤੁਹਾਡੇ ਮੁਕੱਦਰ 'ਚ ਲਿਖਿਆ ਉਹੀ ਮਿਲਣਾ ਤੁਹਾਨੂੰ ਸੋ ਵਾਈ ਕਿ ਤੁਸੀਂ ਬਿਯੋਂਡ ਜਾਣ ਦੀ ਜਾਂ ਕਿਸੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ always be contented in whatever you have ਚਾਹੇ ਉਹ ਛੋਟਾ ਘਰ ਹੈ ਚਾਹੇ ਉਹ ਇੱਕ ਕੰਡੋਮੀਨੀਅਮ ਹੈ ਚਾਹੇ ਉਹ ਇੱਕ ਟਾਊਨ ਹਾਊਸ ਹੈ ਜੋ ਵੀ ਹੈ either it's a basement ਤੁਸੀਂ ਖੁਸ਼ ਹੋਣੇ ਚਾਹੀਦੇ ਹੋ ਇੱਥੇ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਇੱਥੇ ਲੋਕਾਂ ਦੀ ਕੋਈ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ when people ask you ਤੁਸੀਂ ਘਰ ਲੈ ਲਿਆ who are they to ask you if you are happy where are you living like why you are even giving them answer to their questions which is not suitable ਕਿਉਂਕਿ ਉਹ ਜਿਹੜੇ ਲੋਕਾਂ ਦੇ ਸਵਾਲ ਹੈ ਨਾ ਉਹੀ ਤੁਹਾਨੂੰ ਬਾਅਦ ਚੋਂ ਪਰੇਸ਼ਾਨ ਕਰਦੇ ਆ like for an example we are 4 sisters and 1 younger brother ਮੇਰੇ sister like she is the older one she got married little late ਔਰ ਜਦੋਂ parents relatives ਨੇ ਔਰ ਜਾਂ ਆਸ-ਪਾਸ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਮੇਰੇ ਮਦਰ ਨੂੰ ਤੁਹਾਡੀ ਬੇਟੀ ਦੀ ਸ਼ਾਦੀ ਕਦੋਂ ਹੋਏਗੀ ਸੋ ਉਹ ਲੋਕਾਂ ਦੇ ਜਿਹੜੇ ਕੁਐਸਚਨਸ ਹੈ ਉਹ ਤੁਹਾਨੂੰ ਬੋਦਰ ਕਰਨਾ ਸ਼ੁਰੂ ਕਰ ਦਿੰਦੇ ਆ ਤੁਸੀਂ ਚਾਹੇ ਆਪਣੀ ਲਾਈਫ ਦੇ ਵਿੱਚ ਖੁਸ਼ ਵੀ ਹੋ ਸੋ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗੀ ਕਿ never ever listen to anyone's like wrong questions ਬਿਨਾ ਮਤਲਬ ਔਰ ਨਾ ਹੀ ਉਹਨਾਂ ਨੂੰ ਜਵਾਬ ਦੇਣਾ ਅੱਛਾ ਸਮਝੋ ਉਹਨਾਂ ਨੂੰ ਕਹੋ ਤੁਸੀਂ 4 ਲੈ ਲਓ ਵੀ ਆਰ ਵੈਰੀ ਹੈਪੀ ਲਾਈਕ ਗਿਵ them a satire ਤਾਕਿ ਕਈ ਵਾਰ ਨੈਕਸਟ ਟਾਈਮ nobody can dare to ask that question ਪਹਿਲੀ ਚੀਜ਼ ਦੂਸਰੀ ਚੀਜ਼ ਕੰਟੈਂਟਮੈਂਟ ਜਿੱਥੇ ਉਹ ਜੇ ਤੁਸੀਂ ਆਪਣੇ ਪਰਿਵਾਰ ਨਾਲ always like count your blessings ਤੁਹਾਡੇ ਕੋਲ ਕੀ ਹੈ ਜਿਹੜਾ ਹਮੇਸ਼ਾ ਨੀਵਿਆਂ ਵੱਲ ਦੇਖੋ ਕਿ ਉਹਨਾਂ ਕੋਲ ਤੇ ਇਹ ਵੀ ਨਹੀਂ ਹੈ ਅਸੀਂ ਬਹੁਤ ਖੁਸ਼ ਹਾਂ ਅਸੀਂ ਉਲਟਾ ਹੁੰਦੇ ਜਾ ਰਹੇ ਹਾਂ ਅਸੀਂ ਜਦੋਂ ਸ਼ੁਰੂ ਕਰਦੇ ਹਾਂ ਪਹਿਲੇ ਕੈਨੇਡਾ ਆਉਂਦੇ ਹਾਂ ਉਦੋਂ ਬਸ ਇਹੀ ਹੁੰਦਾ ਕਿ ਕੁੱਤੇ ਸਹੀ ਬੇਸਮੈਂਟ ਮਿਲ ਜਾਏ ਫਿਰ ਸਾਡਾ ਲੈਵਲ ਅਪ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਹਾਈ ਜਾਣਾ ਸ਼ੁਰੂ ਹੁੰਦੇ ਫੀਲ ਕਰਦੇ ਰਹਿੰਦੇ ਹਾਂ ਹੁਣ ਅਸੀਂ ਫਿਰ ਇੱਕ ਆਪਣੇ ਕੌਂਡੋ 'ਚ ਜਾਈਏ ਆਪਣਾ ਪਹਿਲੇ ਆਪਾਂ ਸੋਚਦੇ ਹਾਂ ਸਿਰਫ ਇੰਨਾ ਕੀ ਹੋ ਜਾਏ ਪਰਮਾਤਮਾ ਬਟ ਨਹੀਂ ਫਿਰ ਆਪਾਂ ਫਿਰ ਵੱਧਦੇ ਜਾਂਦੇ ਆ ਇਦਾਂ ਹੀ ਕਾਰਜ਼ ਹੈ ਇਦਾਂ ਹੀ ਫਿਰ ਤੁਸੀਂ ਕਿੱਦਾਂ ਖੁਸ਼ ਹੋ ਜਾਓਗੇ ਕਿਉਂਕਿ ਪਰਮਾਤਮਾ ਨੇ ਜਿਹੜੀਆਂ ਨਿਆਮਤਾਂ ਦਿੱਤੀਆਂ ਜੋ ਤੁਸੀਂ ਤੁਹਾਡੇ ਕੋਲ ਹੈਗਾ ਪਹਿਲੇ ਉਹਦੇ ਤਾਂ ਖੁਸ਼ ਰਹਿਣਾ ਸਿੱਖੋ ਸੁੱਖ ਵੇਲੇ ਸ਼ੁਕਰਾਨਾ ਹਰ ਵੇਲੇ ਅਰਦਾਸ ਤੋਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਜੋ ਹੈ ਉਹਨੂੰ ਇੰਜੋਏ ਕਰੋ ਉਹਦੇ ਲਈ ਸ਼ੁਕਰੀਆ ਕਰੋ ਪਰਮਾਤਮਾ ਦਾ ਦੂਸਰਿਆਂ ਵੱਲ ਕਦੀ ਨਾ ਦੇਖੋ ਨੈਵਰ ਡੂ ਕੰਪੈਰੀਜ਼ਨ ਔਰ ਹਮੇਸ਼ਾ ਤੁਹਾਡੀ ਲਾਈਫ ਬਹੁਤ ਵਧੀਆ ਰਹੇਗੀ ਸ਼ੁਕਰ ਕਰਦੇ ਰਹੋ ਔਰ ਪਰਮਾਤਮਾ ਆਪਣੇ ਆਪ ਰਸਤੇ ਖੋਲਦਾ ਜਾਂਦਾ ਮੈਨੂੰ ਇਹੀ ਫੀਲ ਹੁੰਦਾ ਹੈ Yeah, and I think thinking is very motivational, positive. Jiri ek thinking, even for you to see, like to see India to aay, utthe obviously families close by, jiri relations, and ithe aan ke aap hi tusi rehna, especially for a woman, ਘਰ ਦਾ ਕੰਮ ਵੀ ਫਿਰ ਹੁਣ ਜੌਬ ਤੇ ਵੀ ਕਰਨਾ ਹੈ ਕਿੱਦਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਆਪ ਮੈਨੇਜ ਕੀਤਾ ਜਗਲ ਕੀਤਾ ਕੀ ਤੁਹਾਨੂੰ ਔਖਾ ਲੱਗਾ ਫਿਰ ਤੁਸੀਂ ਦੇਖਿਆ ਕਿ you know try this way how did you handle that so ਪਹਿਲੇ ਜਦੋਂ ਮੈਂ ਆਈ ਸੀਗੀ ਉਦੋਂ ਸਭ ਤੋਂ ਪਹਿਲੇ ਜਿਹੜੀ ਬੇਸਮੈਂਟ ਸੀ ਉਹ ਡਾਊਨ ਲੈਵਲ ਸੀਗੀ ਔਰ ਬੇਟੀ ਛੋਟੀ ਸੀਗੀ so that time ਪਰ ਫਿਰ ਵੀ ਮੈਂ ਸਟਰੋਂਗ ਰਹੀ though it was little hard ਕਿ ਤੁਸੀਂ ਇੱਕਦਮ ਹੀ ਆ ਕੇ ਸਰਦੀ ਦਾ ਮੌਸਮ 4-5 ਵਜੇ ਹਨੇਰਾ ਪੈ ਜਾਣਾ ਔਰ ਹਸਬੈਂਡ ਨੇ because he was new ਉਹਨਾਂ ਨੇ ਜੌਬ ਲੱਭਣੀ ਔਰ ਮੈਂ
मैं जॉब कर नहीं सकती सी बिकॉज बेटी छोटी सीगी, सो उन्होंने अपना सर्च अपना निकलना या फ्रेंड्स ਨਾਲ ਮਿਲਣਾ ਜੋ ਵੀ ਹੈ, ਬਟ ਮੈਨੂੰ ਮੇਨ ਉਹੀ ਹੁੰਦਾ ਸੀ ਕਿ ਆਪਣੀ ਕੁਕਿੰਗ ਵਗੈਰਾ ਆਈ ਹੈਵ ਟੂ ਡੂ ਕਲੀਨ ਅਪ ਐਂਡ ਐਵਰੀਥਿੰਗ। ਉਧਰ ਮੈਂ ਆਪਣੇ ਆਪ ਨੂੰ ਫੋਕਸਡ ਰੱਖਿਆ ਔਰ ਮੈਂ ਬੇਟੀ ਤੇ ਟਾਈਮ ਸਪੈਂਡ ਕੀਤਾ ਕਿਉਂਕਿ ਟੱਚਵੁੱਡ ਆਈ ਹੈਵ ਅ ਸਮਾਲ ਚਾਈਲਡ ਵਿਦ ਮੀ, ਸੋ ਉਹਦੇ ਨਾਲ ਬਹੁਤ ਅੱਛਾ ਟਾਈਮ ਹੋ ਜਾਂਦਾ ਸੀਗਾ। ਬਟ ਉਹ ਥੋੜਾ ਜਿਹਾ ਸਟ੍ਰੈਸ ਟਾਈਮ ਸੀਗਾ ਕਿ ਡਿਪਰੈਸ਼ਨ ਉਸ ਜਿਹੜੀ ਬੇਸਮੈਂਟ ਸੀ ਉਹ ਨੀਚੇ ਸੀਗੀ, ਕੁਝ ਦੇਖ ਹੀ ਨਹੀਂ ਸਕਦੇ ਸੀਗੇ ਬਾਹਰ ਔਰ ਸਾਰਾ ਦਿਨ ਏਦਾਂ ਲੱਗਦਾ ਸੀਗਾ ਕਿ ਹਾਊ ਵਟ ਆਈ ਗੋਨਾ। ਬਟ ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲੇ ਦੱਸੀ ਕਿ ਬੀਇੰਗ ਅ ਵਰਕਿੰਗ ਵੂਮਨ ਫਰਮ ਦ ਡੇ 1 ਵੈਨ ਆਈ ਸਟਾਰਟਡ, ਕੁਛ ਨਾ ਕੁਛ ਮਾਈਂਡ 'ਚ ਚੱਲਦਾ ਰਹਿੰਦਾ ਸੀਗਾ ਕਿ ਹਾਊ ਵਿਲ ਆਈ ਸਰਵਾਈਵ, ਲਾਈਕ ਆਈ ਹੈਵ ਟੂ ਡੂ ਸਮਥਿੰਗ, ਦਿਸ ਇਜ਼ ਨਾਟ ਵਾਟ ਆਈ ਗੋਨਾ ਡੂ ਹੇਅਰ। ਸੋ ਉਸੇ ਤਰ੍ਹਾਂ ਫਿਰ ਮੈਂ ਹੌਲੀ ਹੌਲੀ ਇੱਕ ਵਾਰ ਮੈਂ ਲਾਇਬ੍ਰੇਰੀ ਲੈ ਗਈ ਬੇਟੀ ਨੂੰ, ਦੋ ਇਟ ਵਾਸ ਕੋਲਡ ਡੇ ਬਟ ਮੈਂ ਛੋਟੀ ਬੇਟੀ ਨੂੰ ਲਿਆ ਨਾਲ ਸਟਾਲਰ ਤੇ ਵੀ ਵੈਂਟ ਟੂ ਲਾਇਬ੍ਰੇਰੀ। ਉੱਥੇ ਫਿਰ ਸ਼ੀ ਪਲੇਡ ਇਨ ਅ ਪਾਰਕ, ਉੱਥੇ ਮੈਂ ਲੋਕਾਂ ਨਾਲ ਮਿਲੀ ਗੱਲਬਾਤ ਕੀਤੀ। ਸੋ ਇਸ ਲਾਈਕ ਉਹੀ ਗੱਲ ਹੈ ਟਫ ਸੀਗਾ ਥੋੜਾ ਜਿਹਾ ਬਟ ਮੈਂ ਮਾਈਂਡ ਤੋਂ ਵੀਕ ਨਹੀਂ ਪਈ ਕਦੀ ਵੀ। ਮੈਂ ਸੋਚ ਲਿਆ ਸੀ ਕਿ ਬਿਕੋਜ਼ ਮੇਰੇ ਡੈਡ ਨੇ ਜਾਣ ਤੋਂ ਪਹਿਲੇ ਇਹ ਕਿਹਾ ਸੀ ਕਿ ਬੇਟੇ ਡੋਂਟ ਥਿੰਕ ਕਿ ਹੁਣ ਤੁਸੀਂ ਵਾਪਿਸ ਆਣਾ, ਕਿਉਂਕਿ ਜੇ ਤੁਸੀਂ ਬੈਕ ਸੋਚਦੇ ਰਹੋਗੇ ਨਾ ਕਿ ਵੀ ਹੈਵ ਅ ਸਟਿਲ ਆਪਸ਼ਨ, ਫਿਰ ਤੁਹਾਡਾ ਮਾਈਂਡ ਡਿਵਰਟ ਹੁੰਦਾ ਰਹੇਗਾ। ਯੂ ਥਿੰਕ ਕਿ ਉਹ ਬ੍ਰਿਜ ਹੁਣ ਖਤਮ ਹੋ ਚੁੱਕਾ ਹੈ, ਦੈਟ ਚੈਪਟਰ ਹੈਜ਼ ਗੋਨ ਨਾਓ, ਜਿੱਥੇ ਰਹਿ ਰਹੇ ਹਾਂ ਉਸੇ ਤਰ੍ਹਾਂ ਐਡਜਸਟ ਹੋਣਾ। ਫਿਰ ਉਹ ਮਾਈਂਡ ਦੇ ਵਿੱਚ ਇੱਕ ਗੱਲ ਆਪਣੇ ਬਣਾ ਲਈ ਸੀਗੀ ਕਿ ਹੁਣ ਜੋ ਵੀ ਚੈਲੰਜਸ ਆਣਗੇ I'll just face them and I'll just be with my husband और ਅਸੀਂ ਇੱਥੇ ਹੀ ਰਹਿਣਾ because of future good life for my children, ਬੇਟੀ ਲਈ। ਆਪਾਂ ਤਾਂ ਉੱਥੇ ਵੀ ਸੈਟਲ ਡਾਊਨ ਸੀ ਬਟ ਆਫ ਕੋਰਸ ਬੱਚਿਆਂ ਲਈ ਆਈ ਥਿੰਕ देयर इज अ ब्राइट फ्यूचर ਐਂਡ ਦੈਨ ਆਫ ਕੋਰਸ ਗਵਰਨਮੈਂਟ ਦਾ ਜਿਹੜਾ ਸਿਸਟਮ ਹੈ ਇਟਸ ਮਚ ਬੈਟਰ ਫਰਮ ਅਵਰ, ਚਾਹੇ ਆਪਣੀ ਕੰਟਰੀ ਹੈ ਬਟ ਇੱਥੇ ਚੀਜ਼ਾਂ ਬਹੁਤ ਅੱਛੀਆਂ। ਸੋ ਜਦ ਮਨ ਸੋਚ ਲਿਆ ਸੀ ਕਿ ਜਦ ਫਲ ਮਿੱਠਾ ਖਾਣਾ ਹੈ ਤੇ ਫਿਰ ਥੋੜੇ ਜਿਹਾ ਸਟਰਗਲ ਦੇਖਣੀ ਪਏਗੀ। ਸੋ ਬਟ ਇੰਨੀ ਪਰਮਾਤਮਾ ਨੇ ਫਿਰ ਵੀ ਉਹੀ, ਮੈਂ ਬਹੁਤ ਖੁਸ਼ ਹਾਂ, ਮੈਂ ਕੰਟੈਂਟਡ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਖਾਸ ਚੈਲੰਜਸ ਦੇਖੇ ਆ ਕਿਉਂਕਿ ਮੈਂ ਮਨੋਂ ਬਹੁਤ ਸਟਰੋਂਗ ਸੀਗੀ ਔਰ ਆਈ ਵਾਸ ਆਲਵੇਜ਼ ਥੈਂਕਫੁਲ ਫॉर ਈਚ ਐਂਡ ਐਵਰੀ ਸਟੈਪ। ਪਰਮਾਤਮਾ ਨੇ ਬਹੁਤ ਜਲਦੀ ਬਹੁਤ ਸੋਹਣੇ ਲੋਕ ਮਿਲਵਾਤੇ, ਸ਼ਾਇਦ ਇੰਨੇ ਅੱਛੇ, ਮੇਰਾ अपना भी शायद जे इत्थे हुंदा उन्नी गल ना बनदी, बट जिन्ना लोकां ने प्यार दिता, जिन्ना अच्छा सर्कल मिलिया और जिन्नी स्मूथली इन 1 year we settled down, आई एम जस्ट थैंकफुल टू गॉड। हमेशा परमात्मा दी मेहर रही, उन्होंने बहुत बरकतां दित्तियां, बहुत खुशियां दित्तियां। एंड तुसी क्या कि यू नो जस्ट रीसेंटली तुसी मॉर्के इंडिया ट्रिप कीती सीगी, सो कोविड दे विच टाइम दे विच की हाउ वाज दैट, लाइक इत्थे टेस्टिंग करवानी कितना टाइम कि यू नो तुसी देखदे आ डिफरेंट ऑन ता थोड़ा जे खुली जा रहा है, स्पेशली आई थिंक तुसी दिसंबर दे विच गए सीगे एंड उस वेले थोड़ी जी मोर रिस्ट्रिक्शन सीगियां, औखा सी की डिफिकल्टीज तुसी फेस कीतियां जे टेस्टिंग वाइज जे की थानू प्रोसीजर्स? हाँ जी, पहले इथों सीगा कि सानू टेस्ट करवा के जाना पैना सीगा और फिर साडे कोल ओही नेगेटिव रिपोर्ट होनी चाहिदी सीगी, फिर उत्थे जाके देयर वाज नो टेस्टिंग उत्थे, पर ए कि जदों वापस आना सीगा फिर टेस्ट होया ਇੱਥੇ ਆਉਣ ਵਾਸਤੇ ਸਾਨੂੰ ਇਹਨਾਂ ਦੀ ਕੈਨੇਡੀਅਨ ਐਪ ਤੇ ਪੂਰਾ ਸਬਮਿਟ ਕਰਵਾਉਣਾ ਕਿ ਦੈਟ ਵੀ ਆਲ ਆਰ ਨੈਗੇਟਿਵ ਐਂਡ ਫਿਰ ਇੱਥੇ ਆ ਕੇ ਫਿਰ ਟੈਸਟ ਹੋਇਆ ਸਾਡਾ। ਸੋ ਉਹ ਥੋੜਾ ਜਿਹਾ ਮਨ ਚ ਤੁਹਾਨੂੰ ਸਟ੍ਰੈਸਡ ਆਊਟ ਰਹਿੰਦਾ ਹੈ ਕਿ ਟੈਸਟਿੰਗ ਐਂਡ ਐਵਰੀਥਿੰਗ, ਬਾਈ ਚਾਂਸ ਕੋਈ ਪੋਜ਼ਿਟਿਵ ਆ ਗਿਆ, ਟਿਕਟਸ ਆਰ ਬੁੱਕਡ ਐਵਰੀਥਿੰਗ, ਸੋ ਦੈਟ ਗੋਨਾ ਕਾਸਟ ਯੂ ਸੋ ਮਚ, ਤੇ ਉਹ ਥੋੜੀ ਜਿਹੀ ਹਸਲ ਸੀਗੀ। ਫਿਰ ਔਨ ਦ ਵੇ ਟਰੈਵਲ ਵਿੱਚ ਜਿੱਦਾਂ ਬੱਚੇ ਕੁਝ ਕਫ ਕਰ ਰਹੇ ਸੀਗੇ ਸਾਰਾ ਰਸਤੇ, ਉਹ ਵੀ ਇੱਕ ਸਟ੍ਰੈਸ ਸੀਗਾ ਕਿ ਕਿਤੇ ਇਨਫੈਕਸ਼ਨ ਨਾ ਇੱਕ ਦੂਜੇ ਨੂੰ ਕੈਚ ਹੋ ਜਾਏ। ਫਿਰ ਉੱਥੇ ਜਾ ਕੇ ਵੀ ਥੋੜਾ of course बहुत खुशी सी कि फैमिली नू मिलना जाके आफ्टर 2-3 years, बट थोड़ा स्ट्रेस भी सीगा कि ठीक ठाक वापस आ जाइए क्योंकि बच्चे दा स्कूल भी है, जॉब्स भी है। माई जॉब वाज जस्ट वेरी न्यू, मैंने थोड़ी देर पहले आई जस्ट स्टार्टेड, सो ये सारियां चीज़ां किते ना किते डर सी, बट वही गल है कि अच्छी चीज़ से क्योंकि खुशी सीगी परिवार नू मिलन दी, सो डर किते ना किते दब गया उस खुशी दे अंदर। सो आपां ऑब्वियसली जदों आपां मुड़ के जाईदा टू अ होमलैंड जिथे अपना बर्थ हुंदा, स्पेशली जिथे अपने पेरेंट्स हुंदे, अपने सिबलिंग्स हुंदे, किद्दां लगदा जाके मुड़ के एंड फिर वापसी विच किद्दां हुंदा? मैं शुरू तो ही बहुत मेरा सोशल रही हाँ, लाइक मैनू मेरी फैमिली विच भी सारे कहते हैं कि जिथे शिप्रा आंदी उत्थे रौनक लगती है। मेरी शुरू तो ही नेचर है कि मैं हर मोमेंट इंजॉय करने की कोशिश करती हूँ कि जे परिवार बैठा है लेट्स जस्ट इंजॉय, प्ले गेम्स एंड डू पार्टी। सो इस करके आई वाज वेरी वेरी एक्साइटेड और इसी तरह ऑल माई लाइक दादका फैमिली दे ऑल केम एंड फिर इधरों मेरे इन लॉज लाइक आई स्टेड एट माई ब्रदर इन लॉज होम, बहुत उन्होंने बहुत वार्म वेलकम किया। वी हैड वेरी गुड टाइम देयर एंड हस्बैंड वाज आल्सो हैप्पी बिकॉज अपने खून दे रिश्ते ना तुहानू पता है ना, जिद्दां जिन्ना मर्जी होए कि बीइंग अ रिस्पॉन्सिबल पार्टनर यू ऑलवेज केयर, बट जदों अपने
खून नाल मिलदे हो तुसी अपने सके भैन भरावां नाल अपने मदर फादर नाल ओदी एक अपनी खुशी होंदी है so he was also very happy and then I met my family my sisters all my buas so and my daughter's birthday came luckily that time we celebrate that too so touch wood we sade cho koi bimar nahi hoya so we all were good and बहुत वधिया ट्रिप रहा घूमे फिरे जिन्नी मस्ती मतलब अपनी कंट्री च जाके होंदी है जो आप इत्थे मिस करते हैं स्पेसिफिकली जो इकट्ठे बैठ के रौनक जो शोर आप नहीं कर सकते इत्थे सो एवरीथिंग आई एंजॉयड देयर एंड इट्स अ मेमोरेबल ट्रिप एक जिदा कहंदे ना ਤੁਹਾਨੂੰ एनर्जी बूस्टर मिल गया फॉर कमिंग इयर्स सो इट्स लाइक दैट सो ਜਦੋਂ ਵਾਪਸ ਆਉਨੇ ਆ ਫੇਰ ਮੁੜ ਕੇ ਆਪਾਂ ਇਕੱਲੇ ਜੇ ਹੋਏ ਆ ਨਾ ਤੇ ਉਹਦੇ ਨਾਲ ਤੁਸੀਂ ਕਿੱਦਾਂ ਡੀਲ ਕਰਦੇ ਆਬਵੀਅਸਲੀ ਯੂ نو ਯੂ ਸੈਡ ਇੱਕ ਪੋਜ਼ਿਟਿਵ ਥਿੰਕਿੰਗ ਜਿਹੜੀ ਤੁਹਾਡੀ ਸਟਰੋਂਗ ਮਾਈਂਡ ਸਟਰੋਂਗ ਹਾਂਜੀ हाँ नहीं थोड़ा जिहा लगता है सब तो वड्डा तो यही लगता है कि उत्थे जाके तुसी 20-25 दिन कोई काम नहीं किया you are just a guest and everybody is giving you food at your table and you're not touching any single thing so वो आके हार्ड है कि फिर वापस अपना रूटीन वही सारिया चीज़ां वन एंड ओनली तुसी आप ही करनी है और बच्चे बहुत मिस करते हैं क्योंकि उत्थे बच्चों नू सारे पैंपर करते हैं कि बच्चे इन्नी देर बाद आए इत्थे फिर बच्चे आके फिर फील करते हैं और फिर विंटर है समर च तो तुसी बाहर चले जाओ बच्चे अंदर ही अंदर दे डोंट हुण आंदे ही ठंड इन्नी ज़्यादा हो गई सीगी सो then it's a little challenging कि बच्चों नू बार-बार like बेटी वड्डी तो हुण भी थोड़ी देर बाद 10 दिनों बाद she again says I really want to go to India so बच्चों नू समझाना थोड़ा जिहा हार्ड हो जाता है कि बेटा it's not just about like we have to see vacations and money it's not just that we can go we will plan but बच्चे बहुत मिस करते हैं और सीखते भी बहुत कुछ है like बच्चों नू जाके रिश्तियां दा पता चलता है कि इत्थे तां तुहानू पता है we don't have any family here so सारे रिश्ते उत्थे ही है so इन्हां नू बहुत अच्छा लगता है और इन्हां नू थोड़ा जिहा टैकल करना छोटी हाले बहुत छोटी है ओनू वो उत्थे जाके भी खुश सीगी वो इत्थे आके पर वड्डी मेरी थोड़ी जी इमोशनल है और वो फिर सब नू मिस करती है और फिर उहदे नाल थोड़ा जिहा मैं भी कई बार अपसेट हो जाती हाँ सो वी ट्राई टू चेंज अवर माइंड कुछ डिफरेंट करके या कुछ डिफरेंट बेकिंग करके सो उस तरह ओनू थोड़ा सैटल डाउन करने की कोशिश करी दी है एंड आई थिंक यू नो टॉकिंग टू यू बिकॉज जदों आपां एक मूव करीदे हुंदे लाइक यू सैड फ्रॉम डिफरेंट कंट्रीज बहुत कुछ सीखना हुंदा एक स्ट्रॉन्ग पॉजिटिव माइंड सैट बहुत जरूरी है एंड आई थिंक एवरीबडी ਜਿਹੜੇ ਇਹ ਸਟੈਪ ਚੱਕਦੇ ਕਿਤੇ ਨਾ ਕਿਤੇ ਤਾਂ ਹੁੰਦਾ ਸਮਟਾਈਮਸ ਬ੍ਰੇਕ ਹੋ ਜਾਂਦਾ ਕੀ ਤੁਸੀਂ ਜਿਹੜਾ ਕੋਈ ਵੀ ਇੱਥੇ ਸਟਰਗਲ ਕਰਦਾ ਹੋਵੇ whether it's a student or a new immigrant ਫੈਮਿਲੀ ਹੋਵੇ ਬੱਚੇ ਹੋਣ ਕੀ ਤੁਸੀਂ ਉਹਨਾਂ ਨੂੰ ਐਡਵਾਈਸ ਦੇ ਸਕਦੇ ਜਿਹੜੇ ਇੱਥੇ ਸਟਰਗਲ because कोई struggle तो करना नहीं चाहता होता everybody wants but obviously एक adjustment होती कई वेले you're not prepared तुसी सोचते होंदे तुसी prepared आ उस big change ले पर जदों actually हो जाती है it's बहुत overwhelming हो जाती है कि तुसी उन्हां नू like what advice can you give them हाँ वही जिदा आपां पहले भी गल कीती सीगी कि फैमिली मैंबरस नाल होन जे बाई चांस स्टूडेंट है तो तुसी अपने पेरेंट्स नाल बिकॉज मैनू यह लगता है कि जिहड़े तुहाडे फर्स्ट फैमिली है ना और या तुहाडे ब्रदर सिस्टर्स है दे कैन गाइड यू बैटर मतलब शेयर करो उन्हां दे नाल कि तुसी किदां दीयां प्रॉब्लम्स फेस कर रहे हो ताकि वो तुहानू सॉल्यूशंस कुछ हेल्प कर सकन फिर अपना कोशिश करो नैटवर्क बिल्ड करन दी कोशिश करो जिहड़ियां ऑर्गेनाइजेशंस है इत्थे वर्क बीसी है डाइवर्सिटी है नॉन प्रॉफिट कितनी सारी ऑर्गेनाइजेशन पिक्स है so many good organizations are there so उसे उत्थे जाओ उन्हां they are there to help you जिद्दां दे भी challenges आ रहे हैं like for applying job for driving license also बहुत सारियां चीज़ां जिहड़ियां initial stage ते सानू टफ करदियां उन्हां ते रिसर्च करो कि what are the best options in that तो अपने नेटवर्क मिलन दी कोशिश करो लोकां नाल नेटवर्किंग बिल्ड करन दी कोशिश करो अपनियां पुछो ऑप्शंस एक्सप्लोर करो सब दे नाल कई बार वही कहंदे ना गल करन नाल गल बनदी है तुसी किसी नाल गल करदे हो तुहानू ऑप्शंस मिलदियां आइडियल ना बैठो अपने आप नू किते ना किते बिजी रखन दी कोशिश करो और हमेशा पॉजिटिव माइंड दे नाल अच्छा सोचते हुए मोटिवेटेड रह के जो तुहानू अच्छा लगदा है जो तुसी इनिशियली अफोर्ड नहीं कर सकते म्यूजिक सुन लो तो मेरी एक नेचर है जो मैं कई बार कोई मैनू लगता है कि कोई रफ डे है या आई एम नॉट सो फीलिंग गुड मैं अपना पॉजिटिव म्यूजिक सुनती हाँ वो मैनू एक अच्छी मोटिवेशन दे जाती है चीज़ मैनू वो आई फील गुड दैट आई एम गुड नाउ या तुसी अपने शॉपिंग चले जाओ लाइक
ਜ਼ਰੂਰੀ ਨਹੀਂ ਹੈ ਤੁਸੀਂ ਬਾਹਰ ਜਾ ਕੇ ਇੱਕ ਕਾਫੀ ਦਾ ਕੱਪ ਹੀ ਲੈ ਲਓ, ਜਸਟ ਸਿਟ देयर, ਉੱਥੇ ਦੇਖੋ ਕਿ ਹਾਊ ਦ ਵਰਲਡ ਐਗਜ਼ਿਸਟ ਹੇਅਰ। ਸੋ ਇਸੇ ਤਰ੍ਹਾਂ ਦੀ। ਔਰ ਇੱਕ ਦੂਸਰਾ ਥੋੜਾ ਜਿਹਾ ਸਪਿਰਿਚੁਅਲ ਹੈ, ਹਰ ਇਨਸਾਨ ਦੇ ਲਾਈਫ ਦੇ ਵਿੱਚ ਆਪਣੇ ਆਪਣੇ ਕੋਈ ਗੁਰੂ, ਆਪਣਾ ਕੋਈ ਇਸ਼ਟ ਜ਼ਰੂਰ ਹੁੰਦਾ ਹੈ ਜਿਨ੍ਹਾਂ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਹੈ। ਪਰਮਾਤਮਾ ਤੇ ਵਿਸ਼ਵਾਸ ਰੱਖੋ, ਹਰ ਵਕਤ ਇੱਕ ਵਰਗਾ ਨਹੀਂ ਰਹਿੰਦਾ, ਚੰਗੇ ਦਿਨ ਵੀ ਆਉਂਦੇ ਆ ਲਾਈਫ ਦੇ ਵਿੱਚ, ਮਾੜੇ ਦਿਨ ਵੀ ਆਉਂਦੇ ਆ। ਇਹ ਸੋਚ ਕੇ ਰੱਖੋ ਕਿ ਜਿਹੜਾ ਦਿਨ ਅੱਜ ਹੈ ਜੇ ਆ ਮਾੜਾ, ਹਮੇਸ਼ਾ ਨਹੀਂ ਰਹਿਣਾ, ਸਵੇਰ ਵੀ ਤਾਂ ਚੜ੍ਹਨੀ ਹੈ। ਸੋ ਆਲਵੇਜ਼ ਬਿਲੀਵ ਔਨ ਯੋਰ ਗੋਡ, ਪਰਮਾਤਮਾ ਨਾਲ ਬੈਠ ਕੇ, ਉਹਦੇ ਅੱਗੇ ਬੈਠ ਕੇ ਆਪਣਾ ਦੁੱਖੜਾ ਰੋ। ਸੋ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਰਸਤਾ ਮਿਲ ਜਾਏਗਾ। ਉਹ ਸੱਚਾ ਜਿਹੜਾ ਪਰਮਾਤਮਾ ਹੈ, ਜੇ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਹੈ, ਤੁਹਾਡਾ ਵਿਸ਼ਵਾਸ ਪੱਕਾ ਹੈ, ਤੇ ਹਮੇਸ਼ਾ ਇੱਕ ਉਹ ਕਹਿੰਦੇ ਆ ਨਾ ਕਿ ਜੇ ਦਰਵਾਜ਼ਾ ਬੰਦ ਹੁੰਦਾ ਤੇ ਉਹ ਖੁੱਲੇਗਾ ਵੀ ਜ਼ਰੂਰ। ਇੱਦਾਂ ਨਹੀਂ ਹੈ ਕਿ ਉਹ ਬੰਦ ਹੀ ਰਹੇਗਾ। देयर विल बी ऑप्शंस आल्सो, ओनली थिंग इज़ कि यू हैव टू एक्सप्लोर। ਇੱਕ ਇਨਸਾਨ ਹੁੰਦਾ ਹੈ ਕਿ ਬਹਿ ਜਾਂਦਾ ਹੈ ਵੀ ਮੇਰੇ ਕੋਲੋਂ ਨਹੀਂ ਹੋਣਾ। ਆਪਾਂ ਬੱਚਿਆਂ ਨੂੰ ਵੀ ਦੇਖਦੇ ਹਾਂ ਕਿ ਮੈਂ ਨਹੀਂ ਕਰ ਸਕਦਾ। ਤੇ ਲਾਈਕ ਮੈਂ ਹੁਣੇ ਕਿਸੇ ਨਾਲ ਗੱਲ ਕਰ ਰਹੀ ਸੀਗੀ, ਉਹ ਮੇਰੇ ਆਪਣੇ ਕੋਈ ਕਜ਼ਨ ਹੈ, ਉਹ ਕਹਿ ਰਹੇ ਮੇਰਾ ਸ਼ੀ ਹੈਜ਼ ਜਸਟ ਵਨ ਸਨ, ਔਰ ਉਹਨੇ ਇਹੀ ਸੋਚਿਆ ਕਿ ਇਹ ਥੋੜੀ ਹੈ ਕਿ ਇਹ ਬੇਟਾ ਹੈ ਤੇ ਮੈਨੂੰ ਸਿਖਾਣਾ ਨਹੀਂ ਹੈ। ਸੋ ਉਹਨੇ ਉਹਨੂੰ ਕਿਹਾ ਕਿ ਤੂੰ ਇਹ ਸਾਰੇ ਗਾਰਬੇਜ ਵਗੈਰਾ ਤੂੰ ਹੀ ਟਾਈ ਕਰਕੇ ਤੂੰ ਹੀ ਬਾਹਰ ਸੁੱਟ ਕੇ ਆਣੇ ਆ। ਹੀ ਸੈਡ ਕਿ ਮੇਰੇ ਕੋਲੋਂ ਨਹੀਂ ਹੋਣਾ। ਕਹਿੰਦੀ ਕਿ you will be in trouble then, ਤੈਨੂੰ ਹੀ ਕਰਨਾ ਪਏਗਾ, you have to learn। so ਕਈ ਵਾਰ ਉਹੀ ਗੱਲ ਹੈ ਕਿ ਜਾਂ ਤਾਂ ਹਾਲਾਤ ਸਿਖਾਣ, ਕਈ ਚੀਜ਼ਾਂ ਆਪਾਂ ਹਾਲਾਤਾਂ ਤੋਂ ਸਿੱਖਦੇ ਹਾਂ, ਜਾਂ ਤੁਸੀਂ ਆਪ ਹੀ ਸਿੱਖ ਲਓ ਸ਼ੌਂਕ ਦੇ ਨਾਲ। ਸੋ ਉਹ ਚੀਜ਼ਾਂ ਕਰੋ, ਇਹ ਨਾ ਸੋਚੋ ਕਿ ਇਹ ਕੀ ਹੋ ਗਿਆ, ਮੈਂ ਕਿੱਥੇ ਫਸ ਗਿਆ। ਜੇ ਆਈ ਹੈ ਤੁਹਾਡੇ ਤੇ ਕਿਸੇ ਕਾਰਨ ਕਰਕੇ ਹੀ ਆਈ ਹੈ, ਜਾਂ ਤੁਹਾਨੂੰ ਸਟਰੋਂਗ ਬਣਾਉਣ ਲਈ, ਜਾਂ ਤੁਹਾਡੀ ਕੋਈ ਪਾਸਟ ਲਾਈਫ ਦਾ ਕੋਈ ਰਹਿ ਗਿਆ ਸਿਸਟਮ ਜਿਹੜਾ ਤੁਸੀਂ ਪੂਰਾ ਕਰਨਾ ਹੈ, ਜਸਟ ਫੇਸ ਇਟ, ਬੀ ਸਟਰੋਂਗ। ਇਹ ਨਾ ਸੋਚੋ ਕਿ ਮੈਂ ਹੁਣ ਨਹੀਂ ਕਰ ਸਕਦਾ, ਮੇਰੇ ਕੋਲੋਂ ਨਹੀਂ ਹੋਣਾ। ਡੂ ਇਟ ਐਂਡ ਨੈਕਸਟ ਟਾਈਮ ਇੱਕ ਵਾਰ ਤੁਹਾਡੇ ਕੋਲ ਥੋੜਾ ਗਲਤ ਹੋਇਆ, ਦੂਸਰੀ ਵਾਰ ਵਧੀਆ ਹੋਏਗਾ। ਕੁਕਿੰਗ ਹੀ ਹੈ, ਥੋੜੀ ਕਈ ਵਾਰ ਨਹੀਂ ਵਧੀਆ ਹੁੰਦੀ, ਥਰਡ ਟਾਈਮ ਵੀ ਮੇਕ ਅ ਪ੍ਰੋਪਰ ਗੁੱਡ ਡਿਸ਼। ਸੋ ਇਸੇ ਤਰ੍ਹਾਂ ਮੈਂ ਇਹੀ ਕਹੂੰਗੀ ਕਿ ਆਲਵੇਜ਼ ਬਿਲੀਵ ਇਨ ਯੋਰ ਸੈਲਫ। ਇਹ ਨਾ ਸੋਚੋ ਮੈਂ ਨਹੀਂ ਕਰ ਸਕਦਾ, ਯੂ ਕੈਨ ਡੂ ਈਚ ਐਂਡ ਐਵਰੀਥਿੰਗ। ਪਰਮਾਤਮਾ ਨੇ ਹਿਊਮਨ ਬੀਇੰਗ ਬਣਾਇਆ, ਸਾਨੂੰ ਰੈਸ਼ਨਲ ਦਿਮਾਗ ਦਿੱਤਾ ਹੈ ਸੋਚਣ ਲਈ। ਸੋ ਯੂ ਕੈਨ ਡੂ ਐਵਰੀਥਿੰਗ। ਬਸ ਅੱਛਾ ਸੋਚੋ, ਕਿਸੇ ਦਾ ਮਾੜਾ ਨਾ ਸੋਚੋ, ਆਪਣੀਆਂ ਨੀਅਤ ਸਾਫ਼ ਰੱਖੋ, ਕੰਮ ਆਪਣੇ ਆਪ ਹੁੰਦੇ ਜਾਂਦੇ ਆ। Yeah, and I think ਉਹੀ ਗੱਲ ਜਿਹੜੀ every time we talk about ਕਿ ਜਿਹੜੀ ਇੱਕ ਆਪਣੇ ਲਈ ਫੋਕਸ ਕਰਨੀ ਹੁੰਦੀ ਹੈ, ਆਪਣੀ ਸੈਲਫ ਕੇਅਰ ਕਰਨੀ ਹੁੰਦੀ, everything starts ਆਪਣੇ ਤੋਂ ਪਹਿਲਾਂ ਸਟਾਰਟ ਕਰਦਾ ਹੁੰਦਾ ਕਿ ਇੱਕਦਮ ਤਾਂ ਨਹੀਂ ਬਣਦੀ ਹੁੰਦੀ। I mean you know like ਕਿ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਵੀ ਨਹੀਂ ਇੰਨੀ ਸਟਰੋਂਗ ਹੁੰਦੀ ਕਿ ਉਹਨਾਂ ਦੀ ਜਿਹੜੀ ਮੈਂਟਲ ਸਟਰੈਂਥ ਇੰਨੀ ਸਟਰੋਂਗ ਹੋਵੇ, ਜਾਂ ਉਹਦੀ ਥਿੰਕਿੰਗ ਉਹਨਾਂ ਦੀ ਇੰਨੀ ਸਟਰੋਂਗ ਹੋਵੇ। ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨਹੀਂ ਬਣ ਸਕਦੇ, ਬਿਕਾਜ਼ ਆਈ ਥਿੰਕ ਡੇ ਬਾਈ ਡੇ ਜੇ ਤੁਸੀਂ ਜਿੱਦਾਂ ਲਾਈਕ ਯੂ ਸੇ ਫੋਕਸ ਔਨ ਜੋ ਹੈਗਾ, ਜੋ ਗੁੱਡ ਚੱਲ ਰਿਹਾ, ਐਂਡ ਜੋ ਹੈਗਾ ਦ ਬਲੈਸਿੰਗਸ, ਉਹ ਤੇ ਫੋਕਸ ਕਰਨਾ ਇੰਸਟੈਡ ਆਫ ਦੀ ਅਦਰ ਨੈਗੇਟਿਵ ਥਿੰਗਸ। ਆਈ ਥਿੰਕ ਇੱਕ ਹੌਲੀ ਹੌਲੀ ਉਹ ਮਾਈਂਡ ਸ਼ਿਫਟ ਬਣਦਾ ਰਹਿੰਦਾ। ਐਂਡ ਆਪਣੀ ਸੈਲਫ ਕੇਅਰ ਪਹਿਲਾਂ ਤਾਂ ਆਪਣੇ ਆਪ ਨੂੰ ਕਿ what you need, ਜੇ if you're too overwhelmed, too stressed, ਆਪਣੇ ਲਈ ਥੋੜਾ ਟਾਈਮ ਲਓ। like you said ਕਿ ਤੁਸੀਂ ਮਿਊਜ਼ਿਕ ਸੁਣਦੇ ਆ, sometimes you like to go shopping। ਹੋਰ ਤੁਸੀਂ ਕੀ ਕਰਦੇ ਹੁੰਦੇ ਆਪਣੀ ਸੈਲਫ ਕੇਅਰ ਲਈ? ਹਾਂ, ਮੈਨੂੰ ਇਹ ਲੱਗਦਾ ਕਿ ਜੋ ਚੀਜ਼ਾਂ ਮੈਨੂੰ ਪਸੰਦ ਆ, ਫਿਰ ਮੈਂ ਉਸ ਵਕਤ ਆਪਣੀ ਕੁਕਿੰਗ ਆਈ ਲਾਈਕ, ਸ਼ਾਪਿੰਗ ਆਈ ਲਾਈਕ, ਦੈਨ ਪਲਾਂਟਸ ਨੂੰ ਦੇਖਣਾ, these things I like, ਕਿ ਗ੍ਰੀਨਰੀ ਦੇਖਣੀ, ਥੋੜਾ ਜਿਹਾ ਬਾਹਰ ਜਾ ਕੇ ਵਿਊ ਦੇਖ ਲੈਣਾ, ਕਿ ਜਸਟ ਗੋ ਆਊਟ। ਕਿ ਮੈਂ ਹੁਣ ਆਪਣੇ ਕਈ ਲੋਕ ਹੁੰਦੇ ਆ ਉਹ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਆਪਣੇ ਆਪ ਨੂੰ ਨਾ ਇੱਕ ਸ਼ੈਲ 'ਚ ਬੰਦ ਕਰ ਲੈਂਦੇ ਆ ਕਿ ਆਈ ਐਮ ਡਨ ਨਾਓ। ਪਰ ਨੋ, ਤੁਹਾਨੂੰ ਅੱਗੇ ਦੇਖਣਾ ਪਏਗਾ। ਸਿਚੁਏਸ਼ਨ ਤਾਂ ਹੁਣ ਆ ਗਈ, ਵੀ ਹੈਵ ਟੂ ਮੂਵ ਫਾਰਵਰਡ। ਕਰਮਾਂ ਦੇ ਹਿਸਾਬ ਨਾਲ ਜਾਂ ਜੋ ਵੀ ਡੈਸਟੀਨੀ 'ਚ ਲਿਖਿਆ ਸੀ, ਸਿਚੁਏਸ਼ਨ ਆ ਗਈ। ਇਹ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੈ। ਮੈਂ ਬਹੁਤ ਫੋਲੋ ਕਰਦੀ ਹਾਂ ਇਸ ਚੀਜ਼ ਨੂੰ ਕਿ ਤੁਹਾਡੇ ਹੱਥ ਦੇ ਵਿੱਚ ਹੁਣ ਰਿਐਕਸ਼ਨ ਹੈ। ਜੋ ਆ ਗਿਆ ਉਹ ਤੁਹਾਡੇ ਹੱਥ ਵਿੱਚ ਨਹੀਂ ਹੈ, ਉਹ ਤਾਂ ਹੁਣ ਕਰਮਾਂ ਦੇ ਹਿਸਾਬ ਨਾਲ ਆ ਗਿਆ। ਵਾਟ ਯੂ ਆਰ ਫੇਸਿੰਗ ਨਾਓ, ਹਾਊ ਯੂ, ਜਿੱਦਾਂ ਹੁਣ ਫੈਮਿਲੀ ਦੇ ਵਿੱਚ ਵੀ ਇੱਕ ਮਦਰ ਇਨ ਲਾਅ ਜਾਂ ਡਾਟਰ ਇਨ ਲਾਅ ਦੀ ਲੜਾਈ ਹੋ ਰਹੀ ਹੈ, ਜਾਂ ਕਿਸੇ ਨਾਲ ਤੁਹਾਡਾ ਰਿਸ਼ਤਾ ਵਿਗੜ ਰਿਹਾ, ਸਿਚੁਏਸ਼ਨ ਕੇਮ, ਥਿੰਗ ਇਜ਼ ਹਾਊ ਯੂ ਰਿਐਕਟ ਨਾਓ। ਜੋ ਤੁਸੀਂ ਰਿਐਕਟ ਕਰੋਗੇ ਉਹਦੇ ਨਾਲ ਤੁਹਾਡਾ ਨੈਕਸਟ ਕਰਮ ਬਿਲਡ ਹੋ ਰਿਹਾ। ਜਾਂ ਤਾਂ ਚੁੱਪ ਕਰਕੇ ਇਗਨੋਰ ਕਰਕੇ ਉੱਥੋਂ ਨਿਕਲ ਜਾਓ, अपना बाहर निकल जाओ, अपना कितने कॉफ़ी लाइन चले जाओ, अपना म्यूजिक लगा लो, अपने हेडफोन्स लगाओ, गो इनसाइड, या प्रॉपर इन्वॉल्व हो, लड़ाई करो, एक तरफ उधरों आ रही है, एक तरफ तुसी कर रहे हो, फिर वो वर्स्ट हो रही है, आसपास लोग भी देख रहे हैं कि व्हाट्स। सो
somehow it is in your hand, but सोचना पएगा, समझना पएगा, फिर react करना पएगा। अंधाधुंध ਆਪਾਂ ਜੇ react करी जावांगे तो फिर तो disaster पे ही है, फिर it will be worse sooner or later। And I think also ਆਪਾਂ केवल डर जाने कि किसी ना गल नहीं करनी, like share our feelings। हाँ ਆਪਾਂ ਹੋਰ ਤਾਂ ਗੱਲਾਂ ਕਰ ਲਈ ਦੀਆਂ, superficial ਜਾਂ ਦੁਨੀਆ ਦੀਆਂ ਗੱਲਾਂ ਕਰ ਲਈ, shopping ਦੀਆਂ, ਕਿੱਥੋਂ ਲਿਆ, ਕੀ ਦੇਖਿਆ, dramas and everything, but ਜਿਹੜੇ real talk ਹੈ, ਹੁਣ ਕਈ ਲੋਕ ਬਹੁਤ spiritual ਹੁੰਦੇ ਆ, ਉਹ ਹਮੇਸ਼ਾ spiritual books ਪੜ੍ਹਦੇ ਆ, ਉਹਨਾਂ ਦੀ ਧਿਆਨ ਹੀ ਕਿਤੇ ਹੋਰ ਹੈ, ਉਹ ਕੀਨ ਹੁੰਦੇ ਆ ਕਿ ਕੋਈ ਇਦਾਂ ਦਾ ਦੋਸਤ ਮਿਲੇ ਜਿਹਦੇ ਨਾਲ ਮੈਂ ਇਦਾਂ ਦੀਆਂ ਗੱਲਾਂ ਕਰਾਂ, ਬਿਕੋਜ਼ ਉਹਨਾਂ ਦੀ ਇੱਕ ਖੁਰਾਕ ਹੋ ਜਾਂਦੀ ਹੈ, ਰੂਹ ਦੀ ਖੁਰਾਕ ਹੋ ਜਾਂਦੀ ਹੈ। ਪਰ ਕਈ ਲੋਕਾਂ ਨੂੰ ਬਸ ਖਾਣ ਪੀਣ ਜਾਂ ਜੋ ਕੀਤਾ ਬਸ ਉਹਨੂੰ ਡਿਸਕਸ ਕਰਨਾ। ਸੋ ਕਿੱਦਾਂ ਦਾ ਤੁਹਾਡਾ ਲੈਵਲ ਹੈ, ਕੀ ਤੁਸੀਂ ਸੋਚਦੇ ਹੋ? ਹੁਣ ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦਿੰਦੀ ਹਾਂ। ਆਈ ਨੋ ਅ ਬॉय who is just here in Canada, ਉਹਦੀ ਸਾਰੀ family totally uneducated, like nobody is educated, but he said कि जे मैं भी आके what everybody is doing, what my parents did or whatever, I'll do the same thing, then what is the fun? He studied, he made himself at a great position कि मैं वो चीज़ां नहीं करनियां जो सारे करते हैं, I have to be little different। So ਇਹ ਤੁਹਾਡੀ ਸੋਚ ਤੇ ਵੀ ਤੁਹਾਡੇ ਆਪਣੇ ਐਕਸ਼ਨਸ ਪਰਮਾਤਮਾ ਫਲ ਜ਼ਰੂਰ ਦਿੰਦਾ ਹੈ, ਪਰ ਉਹੀ ਹੈ ਕਿ ਮਿਹਨਤ ਕਰਨੀ ਪੈਂਦੀ ਹੈ ਔਰ ਫੋਕਸਡ ਅਪਰੋਚ ਰੱਖਣੀ ਪੈਂਦੀ ਹੈ, ਤੇ ਫਲ ਤਾਂ ਤੁਹਾਡੀ ਥਾਲੀ ਵਿੱਚ, ਤੁਹਾਡੀ ਝੋਲੀ 'ਚ ਪੈਣਾ ਹੀ ਪੈਣਾ, ਬਸ ਤੁਹਾਨੂੰ ਫੋਕਸ ਰਹਿਣਾ ਪਏਗਾ। ਬੇਸਿਕਲੀ ਜਿਹੜਾ what's good for you, ਤੁਸੀਂ ਆਪ ਦੇਖਣਾ what's good for you, because ਜੇ ਤੁਸੀਂ ਆਪ ਨਹੀਂ ਦੇਖਦੇ nobody else is gonna look at that। So focus on yourself, and ਸਭ ਤੋਂ ਪਹਿਲਾਂ ਤਾਂ ਸ਼ੁਰੂ with yourself, like you said। ਰਿਐਕਸ਼ਨ ਆਪਣੇ ਹੱਥ ਵਿੱਚ ਹੁੰਦਾ, ਦੂਜੇ ਪਰਸਨ ਨੇ ਕੀ ਕਰਨਾ ਉਹ ਆਪਣੇ ਕੰਟਰੋਲ 'ਚ ਨਹੀਂ ਹੁੰਦਾ। ਕਈ ਵੇਲੇ ਆਪਾਂ ਕਰਨਾ ਚਾਹੁੰਦੇ ਹੁੰਦੇ ਕੰਟਰੋਲ, ਪਰ ਨਹੀਂ ਹੁੰਦਾ। ਸਿਰਫ ਆਪਾਂ ਉਹਦੇ ਲਈ ਤੁਸੀਂ ਮੈਡੀਟੇਸ਼ਨ ਕਰੋ, ਤੁਸੀਂ ਆਪਣਾ ਸਪਿਰਿਚੁਅਲ ਲੈਵਲ ਵਧਾਓ ਥੋੜਾ ਜਿਹਾ, ਆਪਣੇ ਆਪ ਨੂੰ ਐਕਸਪਲੋਰ ਕਰੋ, ਸੋਚੋ, ਆਪਣੇ ਆਪ ਨੂੰ ਦੇਖੋ। ਜਿੱਦਾਂ ਹੁਣ ਮੈਨੂੰ ਪਤਾ ਚੱਲਦਾ ਹੈ ਕਿ ਮੈਨੂੰ ਕਈ ਵਾਰ ਕਿਹੜੀ ਚੀਜ਼ ਤੇ ਗੁੱਸਾ ਆਉਂਦਾ, ਲਿਸਟ ਆਊਟ ਕਰੋ कि what things make me angry or what things make me happy। so ਹਮੇਸ਼ਾ ਜਿੱਦਾਂ ਤੁਸੀਂ ਇੱਕ ਗੱਲ ਮੈਂ ਆਪਣੇ ਟੀਚਰ ਕੋਲੋਂ ਦੇਖੀ ਸੀਗੀ, ਲਾਈਕ ਵੈਨ ਆਈ ਵਾਜ਼ ਡੂਇੰਗ ਮਾਈ ਗ੍ਰੈਜੂਏਸ਼ਨ, ਮੈਂ ਉਹਨਾਂ ਨਾਲ ਕੋਈ ਨਾਰਮਲ ਗੱਲ ਕੀਤੀ ਕਿ ਇਹ ਚੀਜ਼ ਮੈਂ ਕਰਨਾ ਨਹੀਂ ਚਾਹੁੰਦੀ ਲਾਈਫ ਦੇ ਵਿੱਚ। ਉਹ ਕਹਿੰਦੇ ਕਿ ਟੇਕ ਅ ਨੋਟਬੁੱਕ, ਉਹਦੇ ਤੇ ਪਲੱਸ ਐਂਡ ਮਾਈਨਸ ਲਿਖੋ, ਨੈਗੇਟਿਵ ਐਂਡ ਪੋਜ਼ਿਟਿਵ ਲਿਖੋ, ਫਿਰ ਜਿੱਧਰ ਪੋਜ਼ਿਟਿਵ ਆਏਗਾ ਗੋ ਫॉर दैट ਪਲ। ਇੰਸਟੈਡ ਸਿਰਫ ਇਹ ਕਹਿਤਾ ਕਿ ਮੈਂ ਇਹ ਨਹੀਂ ਕਰਨਾ ਚਾਹੁੰਦੀ, ਉਹਦਾ ਲੌਜਿਕ ਤਾਂ ਦੇਖੋ। ਐਗਜ਼ੈਕਟਲੀ। ਹਾਂ, ਸੋ ਇੱਕ ਲਿਸਟ ਬਣਾਓ, ਸਟਰੈਂਥ ਐਂਡ ਵੀਕ, ਆਪਣੇ ਆਪ ਨੂੰ ਖੁਸ਼ੀਆਂ ਦੇਣ ਵਾਲੇ ਰੀਜ਼ਨਸ ਲਿਖੋ, ਆਪਣੇ ਆਪ ਨੂੰ ਦੁੱਖ ਦੇਣ ਵਾਲੇ ਰੀਜ਼ਨਸ ਲਿਖੋ, ਔਰ ਸੋਚ ਲਓ ਫਿਊਚਰ ਦੇ ਵਿੱਚ ਕਿ ਆਹ ਜਿਹੜੀਆਂ ਚੀਜ਼ਾਂ ਮੈਨੂੰ ਬੋਦਰ ਕਰਦੀਆਂ, ਇਹਨਾਂ ਤੇ ਕਾਂਟਾ ਹੈ, ਇਹਨਾਂ ਤੇ ਮੈਂ ਕੰਟਰੋਲ ਕਰਨਾ ਹੈ, 1 by 1। ਜਿੱਦਾਂ ਆਪਾਂ ਨਿਊ ਈਅਰ ਤੇ ਰੈਜ਼ੋਲੂਸ਼ਨਸ ਲੈਂਦੇ ਹਾਂ, ਆਪਾਂ ਇਹ ਕਰਨਾ ਉਹ ਕਰਨਾ, ਆਪਾਂ ਕਹਿ ਦਿੰਦੇ ਹਾਂ। ਮੈਂ ਕਹਿੰਦੀ ਹਾਂ ਤੁਸੀਂ ਸਿਰਫ ਇੱਕ ਹੀ ਬਣਾਓ, ਲੇਕਿਨ ਉੱਤੇ ਵਰਕਆਊਟ ਕਰੋ। Very good। ਹਾਂਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। Thank you so much। Thank you so much, Shipra ji। Thank you, Meena। Thank you। Thank you for watching Mind Sense। Until next time, this is your host, Meena J।